ज्ञान ध्यान पूर्ण परमेश्वर, हर हर कथा नित सुनिए राम। ਨਿਰਾਕਾਰ ਨਿਰੰਕਾਰ ਵਾਹਿਗੁਰੂ ਜੀ ਗੁਰੂ ਨਾਨਕ ਦਾ ਸਰੂਪ ਬਣਾ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੋਏ, ਸਾਕਾਰ ਹੋਏ। ਅੱਜ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਵਣ ਦਿਹਾੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ। ਜਗਤ ਨੂੰ ਉਤਾਰ ਕੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਦਾਸੀਆਂ ਤੋਂ ਵਾਪਸ ਆਏ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀਆਂ ਨੇ, ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਟਿਕਾਣਾ ਕੀਤਾ ਔਰ ਉੱਥੇ ਮਹਾਰਾਜ ਜੀਆਂ ਨੇ ਗੁਰਸਿੱਖੀ ਦੇ ਜਿਹੜੇ ਅਸੂਲ ਸਨ ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹਨਾਂ ਨੂੰ ਮਹਾਰਾਜ ਜੀਆਂ ਨੇ ਉੱਥੇ ਪ੍ਰੈਕਟੀਕਲ ਰੂਪ ਦਿੱਤਾ। ਆਪ ਸਤਿਗੁਰਾਂ ਨੇ ਜ਼ਮੀਨ ਤੇ ਹਲ ਵਾਹੁਣਾ, ਖੇਤੀ ਕਰਨੀ, ਫਿਰ ਉਸ ਖੇਤੀ ਦੇ ਵਿੱਚੋਂ ਉਸ ਫਸਲ ਦੇ ਨਾਲ ਲੰਗਰ ਲਾਉਣਾ, ਧਰਮਸ਼ਾਲ ਬਣਾਈ, ਉੱਥੇ ਸੁਬਾਹ ਸ਼ਾਮ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ, ਕੀਰਤਨ ਹੋਣਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤਿੰਨੇ ਚੀਜ਼ਾਂ। ਤੋ ਗਰੀਬ ਨਵਾਜ ਸਤਿਗੁਰੂ ਜੀ ਦੇ ਜੀਵਨ ਦੇ 17-18 ਸਾਲ ਦਾ ਸਮਾਂ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ। ਤੋ ਸਤਿਗੁਰੂ ਪਾਤਸ਼ਾਹ ਜੀ ਜਦੋਂ ਮਹਾਰਾਜ ਜੀਆਂ ਦੀ ਆਰਬਲਾ ਤਕਰੀਬਨ 70 ਕੁ ਸਾਲਾਂ ਦੀ ਹੋਈ, ਆਰਬਲਾ ਭਾਵੇਂ 70 ਸਾਲਾਂ ਦੀ ਸੀ ਪਰ ਸਤਿਗੁਰੂ ਜੀ ਸਰੀਰ ਕਰਕੇ ਰਿਸ਼ਟ ਪੁਸ਼ਟ, ਤੰਦਰੁਸਤ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੰਗਤਾਂ ਦੇ ਵਿੱਚ ਵਿਚਰਦੇ ਨੇ, ਇੱਕ ਦਿਨ ਮਹਾਰਾਜ ਜਦੋਂ ਗੁਰੂ ਅੰਗਦ ਸਾਹਿਬ ਜੀਆਂ ਨੂੰ ਗੁਰਤਾ ਗੱਦੀ ਪ੍ਰਦਾਨ ਕਰ ਦਿੰਦੇ ਨੇ, ਗੁਰਤਾ ਗੱਦੀ ਬਖਸ਼ ਦਿੰਦੇ ਨੇ ਔਰ ਉਹਨਾਂ ਨੂੰ ਬਚਨ ਕਰਦੇ ਨੇ ਵੀ ਤੁਸੀਂ ਖਡੂਰ ਚਲੇ ਜਾਵੋ। ਮਹਾਰਾਜ ਗੁਰੂ ਅੰਗਦ ਸਾਹਿਬ ਬੜਾ ਵੈਰਾਗ ਕਰਦੇ ਨੇ ਵੀ ਪਾਤਸ਼ਾਹ, ਮੇਰਾ ਸਰੀਰ ਤੇ ਭਾਵੇਂ ਖਡੂਰ ਜਾਵੇਗਾ ਪਰ ਮੇਰਾ ਮਨ ਉਹ ਤੁਹਾਡੇ ਚਰਨਾਂ 'ਚ ਹੈ। ਕੁਛ ਦਿਨ ਇਸ ਤਰ੍ਹਾਂ ਗੁਜ਼ਰਦੇ ਨੇ ਤੇ ਇੱਕ ਦਿਨ ਮਹਾਰਾਜ ਜੋ ਕਰਤਾਰਪੁਰ ਸਾਹਿਬ ਧਰਮਸ਼ਾਲਾ ਦੇ ਨਜ਼ਦੀਕ ਇੱਕ ਪਿੱਪਲ ਦਾ ਰੁੱਖ ਹੈ, ਉਹਦੇ ਥੱਲੇ ਬੈਠੇ ਗਰੀਬ ਨਵਾਜ ਸੰਗਤਾਂ ਨੂੰ, ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਤੇ ਮਹਾਰਾਜ ਜੀਆਂ ਨੇ ਧਿਆਨ ਦਿੱਤਾ ਵੀ ਜੋ ਘਰ ਦੇ ਵਿੱਚ ਧਰਮਸ਼ਾਲਾ ਜੋ ਪਸ਼ੂ ਖੜੇ ਨੇ, ਆਪਣੇ ਇੱਕ ਸਿੱਖ ਨੂੰ ਆਵਾਜ਼ ਮਾਰੀ। ਦੋ ਸਿੱਖ ਮਹਾਰਾਜ ਜੀ ਦੀ ਜੋ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸਨ ਗੁਰੂ ਅੰਗਦ ਸਾਹਿਬ ਜੀਆਂ ਦੇ ਜਾਣ ਤੋਂ ਬਾਅਦ, ਇੱਕ ਭਾਈ ਸਧਾਰਨ ਜੀ, ਇੱਕ ਭਾਈ ਕਮਲਿਆ ਜੀ। ਉਹਨੂੰ ਕਮਲਾ ਵੀ ਕਹਿੰਦੇ ਨੇ, ਭਾਈ ਕਮਲਾ ਜੀ। ਉਹਨੂੰ ਆਵਾਜ਼ ਮਾਰੀ ਮਹਾਰਾਜ ਜੀ ਨੇ, ਕਹਿੰਦੇ ਕਮਲਿਆ, ਆ ਪਸ਼ੂ ਇਹ ਬੇਜ਼ੁਬਾਨ ਨੇ, ਇਹਨਾਂ ਨੇ ਕਿਹੜਾ ਪੱਠੇ ਮੰਗਣੇ ਨੇ, ਇਹਨਾਂ ਕਿਹੜਾ ਪਾਣੀ ਮੰਗਣਾ ਹੈ, ਵੀ ਜਾ ਇਹਨਾਂ ਨੂੰ ਪੱਠੇ ਲਿਆ ਕੇ ਪਾ ਦਿਓ। ਸੱਚੇ ਪਾਤਸ਼ਾਹ ਕਿਉਂਕਿ ਸਾਰੀ ਉਮਰ ਮਹਾਰਾਜ ਜੀਆਂ ਨੇ ਦੁਖੀਆਂ ਦਾ ਦੁੱਖ ਵੰਡਾਇਆ, ਸਦਾ ਹੀ ਬਚਨ ਕੀਤਾ, ਕਹਿੰਦੇ ਇਹਨਾਂ ਨੇ ਕਿਤੇ ਪੱਠੇ ਮੰਗਣੇ ਥੋੜ੍ਹਾ ਨੇ, ਇਹਨਾਂ ਨੇ ਕਿਤੇ ਪਾਣੀ ਮੰਗਣਾ ਥੋੜ੍ਹਾ, ਇਹਨਾਂ ਨੂੰ ਪਾਣੀ ਪਿਲਾਓ, ਇਹਨਾਂ ਨੂੰ ਪੱਠੇ ਲਿਆ ਕੇ ਪਾਓ। ਕਿਉਂਕਿ ਜਿਹੜਾ ਆਪਣੇ ਘਰ ਰੱਖੇ ਹੋਏ ਡੰਗਰ ਪਸ਼ੂਆਂ ਦੀ ਸੰਭਾਲ ਤਰੀਕੇ ਨਾਲ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹਦਾ ਪਾਪ ਕੌਣ ਭਰੇਗਾ, ਉਹਦਾ ਪਾਪ ਕੌਣ ਭਰੇਗਾ। ਕਹਿੰਦੇ ਕਮਲਿਆ ਜਾ ਪੱਠੇ ਲਿਆ ਕੇ ਪਾਓ ਇਹਨਾਂ ਨੂੰ। ਭਾਈ ਕਮਲਿਆ ਜੀ ਉਹ ਪੱਠੇ ਲੈਣ ਵਾਸਤੇ ਚੱਲ ਪਏ।
ਹੁਣ ਜਦੋਂ ਧਰਮਸ਼ਾਲ ਤੋਂ ਬਾਹਰ ਆਏ ਨੇ, ਤੁਰੇ ਜਾ ਰਹੇ ਨੇ, ਤੇ ਉਧਰੋਂ ਉਹ ਤਿੰਨੇ ਦੇਵਤੇ ਉੱਥੇ ਵਿਚਾਰ ਹੋਈ ਵੈਕੁੰਠ ਦੇ ਵਿੱਚ ਵੀ ਜਿਸ ਕਾਰਜ ਵਾਸਤੇ ਮਹਾਰਾਜ ਗਏ ਸਨ ਉਹ ਕਾਰਜ ਤੇ ਹੁਣ ਸੰਪੂਰਨ ਹੋ ਗਿਆ। ਸਤਿਗੁਰਾਂ ਨੇ ਆਪਣੀ ਜੋਤ ਵੀ ਅੱਗੇ ਗੁਰੂ ਅੰਗਦ ਸਾਹਿਬ 'ਚ ਟਿਕਾ ਦਿੱਤੀ ਹੈ ਵੀ ਹੁਣ ਉਹਨਾਂ ਨੂੰ ਬੇਨਤੀ ਕਰੀਏ ਵੀ ਮਹਾਰਾਜ ਵਾਪਸ ਆਪਣੇ ਸੱਚਖੰਡ ਅਸਥਾਨ ਤੇ ਆਓ। ਇਹ ਤਿੰਨੇ ਦੇਵਤੇ ਸਾਧੂ ਸਰੂਪ ਧਾਰਨ ਕਰਕੇ ਕਰਤਾਰਪੁਰ ਸਾਹਿਬ ਧਰਮਸ਼ਾਲਾ ਤੋਂ ਬਾਹਰ ਉਸ ਰਸਤੇ ਤੇ ਆਣ ਬੈਠੇ। ਭਾਈ ਕਮਲਿਆ ਜੀ ਜਾ ਰਹੇ ਨੇ, ਜਦੋਂ ਉਹਨਾਂ ਕੋਲੋਂ ਲੰਘਣ ਲੱਗੇ ਤੇ ਉਹਨਾਂ ਵਿੱਚੋਂ ਇੱਕ ਨੇ ਆਵਾਜ਼ ਮਾਰੀ ਨਾਂ ਲੈ ਕੇ ਕਿ ਗੁਰੂ ਨਾਨਕ ਦੇ ਸਿੱਖਾ ਸਾਡੀ ਬਾਤ ਸੁਣ ਕੇ ਜਾਈਂ। ਭਾਈ ਕਮਲਿਆ ਸਾਡੀ ਗੱਲ ਸੁਣ ਕੇ ਜਾਈਂ। ਭਾਈ ਕਮਲਿਆ ਜੀ ਕੋਲ ਗਏ ਵੀ ਬੜੇ ਹੈਰਾਨ ਵੀ ਮੇਰਾ ਨਾਂ ਇਹਨਾਂ ਨੂੰ ਕਿੱਦਾਂ ਪਤਾ, ਵੀ ਪਹਿਲਾਂ ਤਾਂ ਕਦੇ ਇਹਨਾਂ ਨੂੰ ਵੇਖਿਆ ਨਹੀਂ। ਕੋਲੇ ਗਏ, ਕਹਿੰਦੇ ਹਾਂਜੀ ਦੱਸੋ। ਕਹਿੰਦੇ ਸਾਡਾ ਇੱਕ ਕੰਮ ਕਰ। ਉਹ ਕਹਿਣ ਲੱਗਾ ਜੀ ਵੀ ਸਾਧੂਆਂ ਦੀ ਆਗਿਆ ਰੱਬੀ ਆਗਿਆ ਬਰੋਬਰ ਹੁੰਦੀ ਹੈ, ਪਰ ਪਹਿਲਾਂ ਜੋ ਮੇਰੇ ਸਤਿਗੁਰਾਂ ਦਾ ਹੁਕਮ ਹੈ ਉਹ ਪੂਰਾ ਕਰਾਂਗਾ, ਫਿਰ ਮੈਂ ਤੁਹਾਡੇ ਆਖੇ ਜੋ ਤੁਹਾਡਾ ਹੁਕਮ ਹੈ ਉਹ ਪੂਰਾ ਕਰ ਦਿਆਂਗਾ। ਵੀ ਪਹਿਲਾਂ ਆਪਣੇ ਸਤਿਗੁਰਾਂ ਦਾ ਜੋ ਵਚਨ ਹੈ ਵੀ ਮੈਂ ਘਾਹ ਪੱਠੇ ਲੈਣ ਜਾ ਰਿਹਾ ਪਸ਼ੂਆਂ ਨੂੰ ਪਾਉਣ ਵਾਸਤੇ। ਉਹ ਕਹਿੰਦੇ ਤੇਰਾ ਕਾਰਜ ਅਸੀਂ ਕਰ ਦਿੰਦੇ ਹਾਂ। ਉਹਨਾਂ ਵਿੱਚੋਂ ਇੱਕ ਨੇ ਇੱਕ ਮੁੱਠ ਘਾਹ ਦੀ ਫੜੀ, ਕਹਿੰਦੇ ਭਾਈ ਦੱਸ ਕੱਪੜਾ ਕਰਕੇ ਜਿਹਦੇ ਵਿੱਚ ਪੱਠੇ ਲਿਜਾਣੇ ਨੇ। ਭਾਈ ਕਮਲੇ ਜਦੋਂ ਅੱਗੇ ਕੀਤਾ ਤੇ ਉਹਨੇ ਉਹ ਘਾਹ ਦੀ ਮੁੱਠ ਜਿਹੜੀ ਸੀ ਉਹ ਰੱਖੀ, ਉਹਦੇ ਵਿੱਚ ਪੰਡ ਬਣ ਗਈ, ਪੱਠਿਆਂ ਦੀ ਪੰਡ ਬਣ ਗਈ। ਭਾਈ ਕਮਲੇ ਉਹ ਤੋਂ ਵੀ ਬੜੇ ਹੈਰਾਨ, ਪੰਡ ਬੰਨ੍ਹ ਲਈ। ਕਹਿੰਦੇ ਲੈ ਤੇਰਾ ਕਾਰਜ ਹੋ ਗਿਆ, ਤੂੰ ਪੱਠੇ ਲਿਜਾ ਕੇ ਪਸ਼ੂਆਂ ਨੂੰ ਪਾ ਦੇਈਂ, ਪਰ ਹੁਣ ਇੱਕ ਸਾਡਾ ਵੀ ਕਾਰਜ ਕਰ। ਕਹਿੰਦਾ ਜੀ ਦੱਸੋ। ਉਹਨਾਂ ਵਿੱਚੋਂ ਫਿਰ ਇੱਕ ਨੇ ਇੱਕ ਪੁੜੀ ਦਿੱਤੀ, ਕਹਿਣ ਲੱਗੇ ਵੀ ਇਹ ਪੁੜੀ ਮਹਾਰਾਜ ਜੀਆਂ ਨੂੰ ਭੇਟਾ ਕਰਦੀ, ਵੀ ਇਹ 'ਚ ਹੀ ਸਾਡਾ ਸੁਨੇਹਾ ਹੈ, ਇਹ 'ਚ ਹੀ ਸੁਨੇਹਾ ਹੈ ਸਾਡਾ। ਤੇ ਭਾਈ ਕਮਲਿਆ ਵਾਪਸ ਆਏ। ਜਦੋਂ ਵਾਪਸ ਆਏ ਤੇ ਮਹਾਰਾਜ ਜੀਆਂ ਨੇ ਤੱਕਿਆ, ਜਾਣੀ ਜਾਣ ਸਨ ਸਤਿਗੁਰੂ, ਫਿਰ ਵੀ ਕਹਿਣ ਲੱਗੇ, ਕਹਿੰਦੇ ਕਮਲਿਆ ਆਪਣੇ ਖੇਤ ਤਾਂ ਦੂਰ ਨੇ, ਤੂੰ ਬੜੀ ਛੇਤੀ ਮੁੜਿਆ ਆ, ਐਡੀ ਛੇਤੀ ਪੱਠੇ ਕਿੱਥੋਂ ਲੈ ਆਇਆ? ਕਹਿੰਦੇ ਕਿਸੇ ਦੇ ਖੇਤ ਵਿੱਚੋਂ ਤਾਂ ਨਹੀਂ ਵੱਢ ਲਿਆਇਆ, ਕਿਉਂਕਿ ਕਿਸੇ ਦੇ ਖੇਤ ਦੇ ਵੱਢੇ ਹੋਏ ਪੱਠੇ ਕਹਿੰਦੇ ਸਾਡੇ ਪਸ਼ੂਆਂ ਨੂੰ ਨਾ ਪਾਈ, ਕਿਉਂਕਿ ਫਿਰ ਜਿਹੜਾ ਇਹਨਾਂ ਦੁੱਧ ਦੇਣਾ ਹੈ ਉਹਦੇ ਨਾਲ ਬਿਰਤੀ ਨਹੀਂ ਲੱਗਦੀ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਮਰਦਾਰ ਨਾ ਖਾਏ। ਭਾਈ ਕਮਲਿਆ ਜੀ ਕਹਿੰਦੇ ਮਹਾਰਾਜ ਨਹੀਂ, ਮੈਂ ਕਿਸੇ ਦੇ ਪੱਠੇ ਨਹੀਂ ਵੱਢ ਕੇ ਲਿਆਇਆ। ਉਹ ਸਾਰੀ ਵਾਰਦਾਤ ਦੱਸੇ ਵੀ ਬਾਹਰ ਤਿੰਨ ਸਾਧੂ ਨੇ, ਉਹਨਾਂ ਮੇਰਾ ਨਾਂ ਲੈ ਕੇ ਆਵਾਜ਼ ਮਾਰੀ ਤੇ ਉਹਨਾਂ ਇੱਕ ਘਾਹ ਦੀ ਇੱਕ ਮੁੱਠ ਤੋਂ ਉਹਨਾਂ ਨੇ ਪੱਠਿਆਂ ਦੀ ਪੰਡ ਮੈਨੂੰ ਬਣਾ ਕੇ ਦੇ ਦਿੱਤੀ ਵੀ ਸਾਡਾ ਸੁਨੇਹਾ ਮਹਾਰਾਜ ਜੀ ਨੂੰ ਦੇ। ਤੇ ਉਹਨਾਂ ਵਿੱਚੋਂ ਇੱਕ ਨੇ ਆ ਪੁੜੀ ਮਹਾਰਾਜ ਭੇਜੀ ਹੈ। ਸਤਿਗੁਰਾਂ ਅੱਗੇ ਜਦੋਂ ਉਹ ਪੁੜੀ ਭੇਟਾ ਕੀਤੀ, ਮਹਾਰਾਜ ਜੀ ਨੇ ਉਹ ਪੁੜੀ ਖੋਲ੍ਹੀ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਕਹਿੰਦੇ ਕਮਲਿਆ ਸਾਡਾ ਸੱਚਖੰਡ ਜਾਣ ਦਾ ਸੁਨੇਹਾ ਲੈ ਆਇਆ, ਸਾਡੇ ਸੱਚਖੰਡ ਜਾਣ ਦਾ ਸੁਨੇਹਾ ਹੈ। ਤਾਂ ਪਾਤਸ਼ਾਹ ਨੇ ਜਦੋਂ ਇਹ ਵਚਨ ਕੀਤਾ, ਭਾਈ ਕਮਲਿਆ ਜੀ ਹੋਰ ਜਿਹੜੀ ਸੰਗਤ ਬੈਠੀ ਸੀ ਸਾਰਿਆਂ ਦੇ ਨੇਤਰਾਂ ਦੇ ਵਿੱਚ ਜਲ ਆ ਗਿਆ, ਵੈਰਾਗ ਦੇ। ਪਾਤਸ਼ਾਹ ਕਹਿੰਦੇ ਭਾਈ ਹੁਣ ਸੱਚਖੰਡ ਚਲਾਂ। ਜਦੋਂ ਇਸ ਤਰ੍ਹਾਂ ਵਚਨ ਕੀਤੇ, ਕਹਿੰਦੇ ਜਾ ਸਧਾਰਨ ਨੂੰ ਬੁਲਾ ਕੇ ਲਿਆ। ਮਹਾਰਾਜ ਜੀਆਂ ਦਾ ਸੇਵਾਦਾਰ ਸੀ ਭਾਈ ਸਧਾਰਨ, ਉਹਨੂੰ ਬੁਲਾਇਆ। ਉਹਨੂੰ ਬੁਲਾ ਕੇ ਤੇ ਮਹਾਰਾਜ ਜੀ ਨੇ ਆਪਣੇ ਨਾਲ ਤੋਰ ਲਿਆ। ਬਾਕੀ ਸੰਗਤ ਨੂੰ ਕਿਹਾ ਵੀ ਸਾਡੇ ਪਿੱਛੇ ਨਾ ਆਇਓ। ਫਿਰ ਮਹਾਰਾਜ ਉੱਥੇ ਪਹੁੰਚੇ ਜਿੱਥੇ ਇਹ ਤਿੰਨ ਦੇਵਤੇ ਸਾਧੂਆਂ ਦਾ ਰੂਪ ਲਈ ਬੈਠੇ ਸਨ। ਜਦੋਂ ਮਹਾਰਾਜ ਉੱਥੇ ਆਏ, ਫਿਰ ਉਹ ਆਪਣੇ ਅਸਲੀ ਰੂਪ 'ਚ ਆਏ। ਆ ਕੇ ਉਹਨਾਂ ਨਮਸਕਾਰ ਕੀਤੀ, ਗੁਰੂ ਸਾਹਿਬ ਜੀ ਦੀ ਉਹਨਾਂ ਉਸਤਤ ਕੀਤੀ। ਇਤਿਹਾਸ ਦੇ ਵਿੱਚ 8 ਚੌਪਈਆਂ ਨੇ ਵੀ ਜੋ ਉਹਨਾਂ ਨੇ ਮਹਾਰਾਜ ਜੀ ਦੀ ਵਡਿਆਈ ਉਸਤਤ ਕੀਤੀ ਉਹਨਾਂ ਤਿੰਨਾਂ ਨੇ। ਤੇ ਆਖਿਆ ਪਾਤਸ਼ਾਹ ਆਪਨੇ ਸਾਰੇ ਕਾਰਜ ਕਰ ਲਏ ਨੇ, ਕਿਰਪਾ ਕਰੋ ਹੁਣ ਨਿਜ ਸਥਾਨ ਤੇ ਆਪਣੇ ਸੱਚਖੰਡ ਧਾਮ ਨੂੰ ਚਲੋ। ਤੋ ਇਸ ਤਰ੍ਹਾਂ ਫਿਰ ਮਹਾਰਾਜ ਵਾਪਸ ਆਏ। ਭਾਈ ਸਧਾਰਨ ਨੂੰ ਆਉਂਦਿਆਂ ਰਸਤੇ ਦੇ ਵਿੱਚ ਕਹਿਣ ਲੱਗੇ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ। ਤੇ ਗਰੀਬ ਨਵਾਜ ਜੀਆਂ ਨੇ ਆਉਂਦਿਆਂ ਇੱਕ 8 ਵਿਘਿਆਂ ਦਾ ਖੇਤ ਵਿਖਾਇਆ। ਕਹਿੰਦੇ ਇਸ ਖੇਤ ਦੇ ਵਿੱਚ
ਜੋ ਸਾਡੇ ਸਰੀਰ ਦਾ ਸੰਸਕਾਰ ਹੈ ਉਹ ਕਰਿਓ ਇਸ ਖੇਤ ਦੇ ਵਿੱਚ। ਸਾਰਾ ਕੁਝ ਦੱਸ ਕੇ ਮਹਾਰਾਜ ਜੀ ਨਾਲ ਲੈ ਚਲੇ। ਜਦੋਂ ਜਾ ਕੇ ਤੇ ਕਹਿੰਦੇ ਸਮਾਂ ਥੋੜ੍ਹਾ ਰਹਿੰਦਾ ਹੈ। ਉਹ ਦਿਨ ਸੀ ਅਸੂ ਵਦੀ ਸਪਤਮੀ। ਕਹਿੰਦੇ ਸਮਾਂ ਥੋੜ੍ਹਾ ਰਹਿੰਦਾ ਹੈ, ਵੀ ਇਸ ਤਰ੍ਹਾਂ ਕਰ ਵੀ ਸਾਡੀਆਂ ਚਾਦਰਾਂ ਧੋ ਲਿਆ। ਭਾਈ ਸਧਾਰਨ ਨਾਲੇ ਚਾਦਰਾਂ ਧੋਇਆ, ਨਾਲੇ ਵੈਰਾਗ ਕਰ ਲਿਆ, ਹੰਝੂ ਡੇਗਦਾ। ਫਿਰ ਪਾਤਸ਼ਾਹ ਕਹਿੰਦੇ ਵੀ ਆਹ ਧਰਮਸ਼ਾਲਾ ਨੂੰ ਲਿੰਬ ਪੋਚ ਦੇ। ਲਿੰਬੜ ਪੋਚਣ ਦੀ ਸੇਵਾ ਕਰਨ ਲੱਗਿਆ, ਨਾਲੇ ਵੈਰਾਗ ਦੇ ਵਿੱਚ ਹੰਝੂ ਡੇਗਦਾ ਹੈ, ਹੰਝੂ ਕੇਰਦਾ। ਮਹਾਰਾਜ ਸਰੀਰ ਕਰਕੇ ਹੁਣ ਦਰਸ਼ਨ ਨਹੀਂ ਹੋਣਾ। ਪਾਤਸ਼ਾਹ ਜਦੋਂ ਜਾ ਕੇ ਬੇਨਤੀ ਕੀਤੀ ਮਹਾਰਾਜ ਜੀਆਂ ਨੂੰ, ਕਹਿੰਦਾ ਪਾਤਸ਼ਾਹ ਸਾਰੀ ਸਮੱਗਰੀ ਸਭ ਕੁਝ ਤਿਆਰ ਹੈ, ਆਪ ਇੱਕ ਵਾਰ ਵੇਖ ਲਓ, ਕੋਈ ਊਣਤਾ ਹੀ ਹੋਵੇ ਤਾਂ ਦੱਸ ਦਿਓ। ਜਦੋਂ ਮਹਾਰਾਜ ਆਏ ਤੇ ਵੇਖਦੇ ਨੇ ਵੀ ਮੇਰੇ ਸਿੱਖ ਨੇ ਕਿਵੇਂ ਥਾਂ ਥਾਂ ਤੇ ਹੰਝੂ ਘੇਰੇ ਨੇ। ਮਹਾਰਾਜ ਜੀ ਨੇ ਕਲਾਵੇ ਵਿੱਚ ਲੈ ਲਿਆ। ਕਹਿੰਦੇ ਸਧਾਰਨ ਚੱਲ ਤੈਨੂੰ ਅਸਲੀ ਪ੍ਰਕਾਸ਼ ਦਿਖਾਵਾਂ। ਫਿਰ ਬ੍ਰਹਮ ਗਿਆਨ ਜੋ ਸੀ ਸਾਖਸ਼ਾਤ ਕਰ ਦਿੱਤਾ। ਉਹਨੇ ਤੱਕਿਆ ਵੀ ਇਹ ਸੰਸਾਰ ਸਭ ਆਮਣ ਜਾਣ ਹੈ। ਗੁਰਦੇਵ ਸਦਾ ਹੀ ਨੇ, ਹਮੇਸ਼ਾ ਹੀ ਨੇ, ਕਣ ਕਣ ਵਿੱਚ ਵਸਦੇ ਨੇ। ਤਾਂ ਇਹੋ ਜਿਹਾ ਗਿਆਨ ਉਸ ਨੂੰ ਬਖਸ਼ਿਆ। ਫਿਰ ਮਹਾਰਾਜ ਜੀ ਨੇ ਸਾਰੀ ਸਮੱਗਰੀ, ਹੁਣ ਜਿਹੜਾ ਵੀ ਗੁਰਸਿੱਖ ਸੁਣਦਾ ਹੈ ਵੀ ਮਹਾਰਾਜ ਜੀ ਚੱਲੇ ਨੇ, ਵੀ ਸਰੀਰ ਕਰਕੇ ਬਾਅਦ 'ਚੋਂ ਦਰਸ਼ਨ ਨਹੀਂ ਹੋਣਾ, ਜਿਹਨੂੰ ਇਹ ਖਬਰ ਮਿਲਦੀ ਹੈ ਲੋਕ ਘੋੜੀਆਂ 'ਤੇ ਚੜ੍ਹ ਕੇ, ਆਪਣੇ ਸਵਾਰੀਆਂ 'ਤੇ ਚੜ੍ਹ ਕੇ ਤੇ ਦਰਸ਼ਨਾਂ ਨੂੰ ਆਉਣ ਲੱਗੇ। ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਿਆ। ਮਾਤਾ ਸੁਲੱਖਣੀ ਜੀ ਦੌੜਦੇ ਹੋਏ ਆਏ। ਤਾਂ ਉਹ ਦਿਨ ਮਹਾਰਾਜੀਆਂ ਦੇ ਜਦੋਂ ਪਾਵਨ ਚਰਨਾਂ 'ਚ ਬੇਨਤੀ ਕੀਤੀ ਵੀ ਪਾਤਸ਼ਾਹ ਇਹ ਕੀ ਭਾਣਾ ਵਰਤਾਉਣ ਲੱਗੇ ਹੋ। ਮਹਾਰਾਜ ਕਹਿੰਦੇ ਕਿ ਸਾਨੂੰ ਸਭ ਯਾਦ ਹੈ, ਤੂੰ ਸਾਡੇ ਉਦਾਸੀਆਂ ਦੇ ਸਮੇਂ ਸਾਡੇ ਪੁੱਤਰਾਂ ਨੂੰ ਜਿਸ ਤਰ੍ਹਾਂ ਪਾਲਿਆ, ਜਿਸ ਤਰ੍ਹਾਂ ਸਾਡੀ ਤੂੰ ਸੇਵਾ ਕੀਤੀ, ਸਭ ਅਸੀਂ ਜਾਣਦੇ ਹਾਂ ਵੀ ਹੁਣ ਸਾਡੇ ਜਾਣ ਦਾ ਸਮਾਂ ਹੈ, ਪਰ ਤੂੰ ਮੰਗ ਪ੍ਰਸੰਨਤਾ ਵਾਸਤੇ, ਅਸੀਂ ਖੁਸ਼ ਹਾਂ, ਸਭ ਕੁਝ ਦਿਆਂਗੇ। ਤੇ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਸਭ ਕੁਝ ਤੁਹਾਡੇ ਹੱਥ ਹੈ। ਆਪ ਹਰੇਕ ਸਾਲ ਆਪਣੇ ਪਿਤਾ ਜੀ ਦੇ ਵਾਸਤੇ ਲੰਗਰ ਕਰਦੇ ਹੋ ਅਸ਼ਟਮੀ ਵਾਲੇ ਦਿਨ। ਕੱਲ੍ਹ ਨੂੰ ਅਸ਼ਟਮੀ ਦਾ ਦਿਨ ਹੈ, ਪੋਹ ਵਧੀਆ ਅਸੂ ਵਧੀ ਅਸ਼ਟਮੀ ਹੈ। ਮਹਾਰਾਜ ਕਹਿੰਦੇ ਚਲੋ ਠੀਕ ਹੈ। ਸਤਿਗੁਰਾਂ ਨੇ ਫਿਰ ਅਸੂ ਵਧੀ ਅਸ਼ਟਮੀ ਨੂੰ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਵਾਸਤੇ ਮਹਾਰਾਜ ਲੰਗਰ ਕਰਦੇ ਸਨ, ਗਰੀਬ ਗੁਰਬੇ ਨੂੰ। ਤਾਂ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਕਿ ਸਵਾ ਪਹਿਰ ਰਾਤ ਤੱਕ ਲੰਗਰ ਚੱਲੀ ਜਾਵੇ। ਫਿਰ ਉਹ ਸਾਰਾ ਜੋ ਅਸ਼ਟਮੀ ਦਾ ਦਿਨ ਉਸ ਤਰ੍ਹਾਂ ਬਤੀਤ ਹੋਇਆ। ਫਿਰ ਨੌਵੀਂ ਨੂੰ ਜਦੋਂ ਅਸੂ ਵਧੀ ਨੌਵੀਂ ਆਈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਜਾਣ ਦਾ ਜਦੋਂ ਉਹ ਆਪਣਾ ਬਚਨ ਮਹਾਰਾਜ ਜੀ ਨੇ ਉਹ ਪੂਰਾ ਕਰਨਾ ਸੀ। ਸਤਿਗੁਰੂ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਉਹ ਆਪਣੇ ਨਾਨਕੇ ਪਿੰਡ ਗਏ ਹੋਏ ਸਨ। ਉਹਨਾਂ ਨੂੰ ਸੁਨੇਹਾ ਮਿਲਿਆ ਤੇ ਉਹ ਉੱਥੋਂ ਚੱਲ ਪਏ। ਆਉਂਦਿਆਂ ਸਮਾਂ ਤੇ ਲੱਗਣਾ ਸੀ। ਬਾਬਾ ਲਖਮੀ ਚੰਦ ਜੀ ਉਹਨਾਂ ਸੋਚਿਆ ਵੀ ਦੋਵੇਂ ਭਰਾ ਇਕੱਠੇ ਹੀ ਜਾਵਾਂਗੇ ਪਿਤਾ ਜੀ ਦੇ ਕੋਲ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਦ ਨੂੰ ਸਤਿਗੁਰੂ ਪਾਤਸ਼ਾਹ ਜੀ ਸਮਾ ਗਏ, ਮਹਾਰਾਜ ਜੋਤੀ ਜੋਤ ਸਮਾ ਗਏ। ਜਦ ਨੂੰ ਸੰਗਤਾਂ ਬੈਠੀਆਂ ਵੈਰਾਗ ਕਰਦੀਆਂ ਨੇ, ਮਾਤਾ ਜੀ ਚਰਨਾਂ 'ਚ ਬੈਠੇ ਨੇ, ਦੋਵੇਂ ਪੁੱਤਰ ਆਏ। ਆ ਕੇ ਵੇਖਿਆ ਵੀ ਮਹਾਰਾਜ ਭਾਣਾ ਵਰਤਾ ਗਏ ਨੇ। ਸਤਿਗੁਰੂ ਜੀ ਸੱਚਖੰਡ ਚਲੇ ਗਏ। ਬੜਾ ਵੈਰਾਗ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਚੰਦ ਜੀ ਨੇ ਬੜਾ ਵੈਰਾਗ ਕੀਤਾ ਵੀ ਮਹਾਰਾਜ ਅੰਤਮ ਸਮੇਂ ਬਚਨਬੰਨੀ ਕਰਕੇ ਗਏ, ਤੁਸੀਂ ਸਾਨੂੰ ਜਗਤ ਉਲਾਂਭੇ ਦੇਵੇਗਾ, ਤਾਨੇ ਮਾਰੇਗਾ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਵੀ ਮਹਾਰਾਜ ਮੈਂ ਤੁਹਾਡੀ ਤੋਂ ਬਗੈਰ ਜੇ ਕਿਸੇ ਹੋਰ ਨੂੰ ਨਹੀਂ ਪੂਜਿਆ ਔਰ ਤੁਹਾਡਾ ਬਖਸ਼ਿਆ ਨਾਮ ਹੀ ਜਪਿਆ, ਫਿਰ ਜਿਸ ਕਰਤਾਰ ਦਾ ਨਾਮ ਤੁਸੀਂ ਜਗਤ ਨੂੰ ਜਪਾਇਆ ਉਸ ਕਰਤਾਰ ਦੇ ਨਾਮ ਦੀ ਦੁਹਾਈ ਹੈ, ਭਾਵੇਂ ਮਹਾਰਾਜ 2 ਘੜੀਆਂ ਲਈ ਆਓ, ਦਰਸ਼ਨ ਦਿਓ, ਬਚਨ ਕਰਕੇ ਜਾਓ। ਸਾਖੀ ਘਰ ਕਹਿੰਦੇ ਵੀ ਸੱਚੇ ਪਾਤਸ਼ਾਹ ਫਿਰ ਮਹਾਰਾਜ ਉੱਠ ਕੇ ਬੈਠ ਗਏ। ਸਤਿਗੁਰਾਂ ਨੇ ਸੰਗਤਾਂ ਦੇ ਵਿੱਚ ਜਿੱਥੇ ਵੈਰਾਗ ਸੀ ਉੱਥੇ ਫਿਰ ਖੁਸ਼ੀ ਹੋਈ। ਦੋਹਾਂ ਪੁੱਤਰਾਂ ਦੇ ਨਾਲ ਫਿਰ ਮਹਾਰਾਜ ਜੀਆਂ ਨੇ ਬਚਨ ਵਿਲਾਸ ਕੀਤੇ। ਇਤਿਹਾਸ ਮੇਰਾ ਮਾਤਾ ਸੁਲੱਖਣੀ ਜੀਆਂ ਦੇ ਨਾਲ ਬਚਨ ਵਿਲਾਸ ਕੀਤੇ ਔਰ ਫਿਰ ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਇੱਥੇ ਸੰਗਤਾਂ ਨੂੰ, ਆਪਣੇ ਗੁਰਸਿੱਖਾਂ ਨੂੰ ਬਖਸ਼ੀਆਂ। ਔਰ ਉੱਥੇ
ਆਪਣੇ ਦੋਹਾਂ ਸਾਹਿਬਜ਼ਾਦਿਆਂ ਨੂੰ ਬੜੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਪ੍ਰਦਾਨ ਕੀਤੀਆਂ। ਮਾਤਾ ਜੀ ਦੇ ਬੇਨਤੀ ਕਰਨ ਤੇ ਸਤਿਗੁਰਾਂ ਨੇ ਆਖਿਆ ਕਿ ਗੁਰੂਆਂ ਪੀਰਾਂ ਦੇ ਜੋ ਕੂਕਰ ਹੁੰਦੇ ਨੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ, ਇਹ ਤਾਂ ਸਾਡਾ ਲਹੂ ਹੈ, ਸਾਡੇ ਪੁੱਤਰ ਨੇ, ਨਾਮ ਜਪਣਗੇ ਜਪਾਉਣਗੇ ਤੇ ਇਹਨਾਂ ਦਾ ਬਹੁਤ ਸਨਮਾਨ ਸਤਿਕਾਰ ਹੋਵੇਗਾ। ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਔਰ ਫਿਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਬੇਟਾ ਜੇ ਤੁਸੀਂ ਸਾਨੂੰ ਅੱਜ ਜ਼ਿਆਦਾ ਸਮੇਂ ਵਾਸਤੇ ਵੀ ਪੁਕਾਰਦੇ ਸੀ ਓਨੇ ਸਮੇਂ ਲਈ ਵੀ ਆ ਜਾਣਾ ਸੀ, ਫਿਰ ਕਰਤਾਰ ਨੇ ਤੁਹਾਡੇ ਮੂੰਹੋਂ 2 ਘੜੀਆਂ ਕਢਾਈਆਂ। ਪਾਤਸ਼ਾਹ ਕਹਿੰਦੇ ਅੱਜ ਹੁਣ ਅਸੀਂ ਰਵਾਂਗੇ, ਕੱਲ੍ਹ ਨੂੰ ਜਾਵਾਂਗੇ। ਫਿਰ ਇਹ ਪੋਹਵਦੀ ਦਸ਼ਮੀ ਜੋ ਅੱਜ ਹੈ, ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਫਿਰ ਮਹਾਰਾਜ ਆਸਣ ਤੇ ਬਿਰਾਜੇ, ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਸੁਰਤ ਜੋੜੀ। 12 ਮਾਹ ਜੀ ਦਾ ਪਾਠ ਜੋ ਤੁਖਾਰੀ 12 ਮਾਹ ਜੀ ਨੇ ਉਹਨਾਂ ਦਾ ਪਾਠ ਮਹਾਰਾਜ ਜੀ ਨੇ ਉਚਾਰਨ ਕੀਤਾ ਔਰ ਗਰੀਬ ਨਵਾਜ ਸਤਿਗੁਰੂ ਜੀ ਸੰਗਤਾਂ ਦੇ ਵੈਰਾਗ ਕਰਦਿਆਂ ਮਹਾਰਾਜ ਫਿਰ ਅੱਜ ਦੇ ਦਿਹਾੜੇ ਜੋਤੀ ਜੋਤ ਸਮਾਏ। ਔਰ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਏ, ਸੰਗਤ ਬੇਅੰਤ ਇਕੱਤਰ ਹੋਈ ਸੀ। ਹਿੰਦੂ ਵੀ ਪਾਤਸ਼ਾਹ ਨੂੰ ਮੰਨਦੇ ਸਨ, ਮੁਸਲਮਾਨ ਵੀ ਮੰਨਦੇ ਸਨ। ਜਦੋਂ ਮਹਾਰਾਜ ਜੀਆਂ ਦੇ ਸੱਚਖੰਡ ਜਾਣ ਦਾ ਸਾਰੇ ਪਾਸੇ ਜਦੋਂ ਇਸ ਗੱਲ ਦਾ ਆਭਾਸ ਹੋਇਆ ਵੀ ਮਹਾਰਾਜ ਸੱਚਖੰਡ ਚਲੇ ਗਏ ਨੇ, ਫਿਰ ਹਿੰਦੂਆਂ ਨੇ ਆਖਿਆ ਵੀ ਸਾਡੇ ਸਤਿਗੁਰੂ ਨੇ, ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ। ਮੁਸਲਮਾਨ ਜੋ ਪਠਾਨ ਸੀ ਉੱਥੇ ਬਾਰੇ ਖਾਂ ਉਹਦਾ ਨਾਮ ਆਉਂਦਾ ਹੈ, ਉਹਦੇ 500 ਸਿਪਾਹੀ ਨਾਲ ਸਨ, ਹੋਰ ਬਹੁਤ ਮੁਸਲਮਾਨ ਇਕੱਠੇ ਹੋਏ। ਉਹ ਕਹਿੰਦੇ ਵੀ ਅਸੀਂ ਸਤਿਗੁਰੂ ਜੀ ਸਾਡੇ ਪੀਰ ਨੇ, ਅਸੀਂ ਇਹਨਾਂ ਦਾ ਜੋ ਸਾਡਾ ਰਿਵਾਜ਼ ਹੈ ਉਹਦੇ ਅਨੁਸਾਰ ਇਹਨਾਂ ਦੀ ਦੇਹ ਜੋ ਹੈ ਉਹ ਦਫਨ ਕਰਾਂਗੇ। ਇਸ ਗੱਲ ਨੂੰ ਲੈ ਕੇ ਜਦੋਂ ਉੱਥੇ ਝਗੜਾ ਸ਼ੁਰੂ ਹੋਇਆ, ਜਿਹੜੇ ਗੁਰਸਿੱਖ ਮਹਾਰਾਜ ਜੀਆਂ ਦੇ ਸਰੀਰ ਪਾਸ ਸਨ ਉਹ ਵੀ ਝਗੜਾ ਰੋਕਣ ਵਾਸਤੇ ਜਦੋਂ ਬਾਹਰ ਆਏ, ਫਿਰ ਮਹਾਰਾਜ ਜੀ ਦੇਹੀ ਨੂੰ ਅਲੋਪ ਕਰ ਗਏ। ਸਤਿਗੁਰੂ ਜੀ ਸਣ ਦੇਹੀ ਚਲੇ ਗਏ, ਦੇਹ ਵੀ ਅਲੋਪ ਕਰ ਲਈ। ਔਰ ਜਦੋਂ ਜਾ ਕੇ ਗੁਰਸਿੱਖਾਂ ਨੇ ਬਾਹਰ ਕਿਹਾ ਵੀ ਮਹਾਰਾਜ ਜੀ ਹਲੇ ਇੱਥੇ ਨੇ, ਸਤਿਗੁਰਾਂ ਨੂੰ ਪੁੱਛ ਲੈਂਦੇ ਆ ਵੀ ਜੋ ਗਰੀਬ ਨਵਾਜ ਕਹਿਣਗੇ ਉੱਦਾਂ ਹੀ ਹੋਵੇਗਾ। ਜਦੋਂ ਅੰਦਰ ਆਏ, ਅੰਦਰ ਆ ਕੇ ਵੇਖਿਆ ਵੀ ਚਾਦਰਾਂ ਹੀ ਨੇ। ਤਨ ਕਰਕੇ ਮਹਾਰਾਜ ਸੱਚਖੰਡ ਚਲੇ ਗਏ, ਤਨ ਵੀ ਲੈ ਗਏ ਨਾਲ ਹੀ। ਜਦੋਂ ਚਾਦਰ ਚੱਕੀ ਤੇ ਥੱਲੇ ਫੁੱਲ ਸਨ, ਉਹ ਫਿਰ ਅੱਧੇ ਫੁੱਲ ਔਰ ਚਾਦਰ ਜੋ ਹਿੰਦੂ ਔਰ ਮੁਸਲਮਾਨਾਂ ਨੇ ਵੰਡ ਲਈ ਔਰ ਆਪਣੇ ਆਪਣੇ ਤਰੀਕੇ ਰਸਮਾਂ ਕਰਕੇ ਉਹ ਮੁਸਲਮਾਨਾਂ ਨੇ ਉਹਦੀ ਰਾਖ ਜਿਹੜੀ ਸੀ, ਜੋ ਉਹ ਚਾਦਰ ਸੀ ਉਹ ਦਬਾ ਦਿੱਤੀ। ਹਿੰਦੂਆਂ ਨੇ ਉਹ ਜਿਹੜੀ ਰਾਖ ਸੀ, ਗੁਰਸਿੱਖਾਂ ਨੇ ਜੋ ਸੰਸਕਾਰ ਕਰਕੇ ਉਸ ਚਾਦਰ ਦਾ ਉਹਦੀ ਜਿਹੜੀ ਰਾਖ ਸੀ ਉਹ ਦਬਾ ਦਿੱਤੀ। ਸਮਾਂ ਆਇਆ, ਰਾਵੀ ਨੇ ਦੋਵੇਂ ਹੀ ਉਹ ਥਾਂ ਜਿਹੜੇ ਰੋੜ ਦਿੱਤੇ ਸਨ। ਚਲੋ ਇਹ ਬਾਅਦ ਵਿੱਚ ਫਿਰ ਬਣਾਏ, ਪਰ ਪਹਿਲਾਂ ਰਾਵੀ ਨੇ ਦੋਵੇਂ ਰੋੜ ਦਿੱਤੇ ਸਨ, ਕਿਉਂਕਿ ਮਹਾਰਾਜ ਜੀਆਂ ਦਾ ਬਚਨ ਹੀ ਇਹੋ ਸੀ। ਤੋ ਅੱਜ ਦਾ ਦਿਹਾੜਾ ਜਿਹੜਾ ਪੋਹਵਦੀ ਦਸਵੇਂ 1539 ਦਾ ਸੰਨ ਸੀ। ਗਰੀਬ ਨਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਸ ਪਰਮ ਜੋਤ ਦੇ ਵਿੱਚ ਮਹਾਰਾਜ ਅਭੇਦ ਹੋਏ। ਜੋਤੀ ਜੋਤ ਰਲੀ ਸੰਪੂਰਨ ਥਿਆਰਾ। ਤੋ ਅੱਜ ਗਰੀਬ ਨਵਾਜ ਜੀਆਂ ਦਾ ਜੋਤੀ ਜੋਤ ਸਮਾਵਣ ਦਿਹਾੜਾ ਹੈ। ਸਤਿਗੁਰਾਂ ਦੇ ਚਰਨਾਂ ਤੇ ਕੋਟਾਨ ਕੋਟ ਨਮਸਕਾਰ ਬੰਦਨਾ। ਤੋ ਸੱਚੇ ਪਾਤਸ਼ਾਹ ਕਹਿੰਦੇ ਉਸਤਤ ਕਰ ਹੈ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਅਨੇਕਾਂ ਹੀ ਜਨ ਉਸ ਪਰਮਾਤਮਾ ਦੀ ਉਸਤਤ ਤੇ ਵਡਿਆਈ ਕਰਦੇ ਨੇ, ਉਹਦੇ ਪਾਰ ਪਰਿਵਾਰ ਦਾ ਅੰਤ ਨਹੀਂ ਆਉਂਦਾ। ਗੁਰੂ ਅਰਜਨ ਸਾਹਿਬ ਕਹਿੰਦੇ ਅਨੇਕ ਹੀ ਪ੍ਰਕਾਰ ਦੀ ਰਚਨਾ ਪ੍ਰਭੂ ਨੇ ਆਪਣੇ ਹੀ ਤਰੀਕਿਆਂ ਦੇ ਨਾਲ ਬਣਾਈ ਹੋਈ ਹੈ। ਉਹ ਨਿਰੰਕਾਰ ਵਾਹਿਗੁਰੂ ਜੀ ਨੇ ਆਪ ਹੀ ਅਨੇਕਾਂ ਪ੍ਰਕਾਰ ਦੀ ਰਚਨਾ ਜਿਹੜੀ ਹੈ ਉਹ ਰਚੀ ਹੋਈ ਹੈ। ਤੋ ਪਿਆਰਿਓ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਜੀ